ਇਹ ਲੰਮੇ ਸਮੇਂ ਤੋਂ ਯਾਨੀ ਕਿ 5-6 ਦਿਨਾਂ ਤੋਂ ਸਾਡਾ ਐਕਸ਼ਨ ਸਾਹਿਬ ਨਾਲ ਤੇ ਐਸਡੀਓ ਸਾਹਿਬ ਦਾ ਜੋ ਵਿਹਾਰ ਸੀ ਜਾਂ ਰਵੱਈਆ ਸੀ ਜਾਂ ਸਾਡੇ ਕਿਸਾਨਾਂ ਪ੍ਰਤੀ ਜਿੰਨੇ ਵੀ ਟੈਲਾਂ ਤੋਂ ਬਗੈਰ ਜਿਹੜੇ ਉੱਪਰ ਵਾਲੇ ਮੋਗੇ ਸੀ ਉਹਨਾਂ ਕਿਸਾਨਾਂ ਨੂੰ ਉਹ ਕਿਸਾਨ ਹੀ ਨਹੀਂ ਸਮਝ ਰਹੇ ਸੀ। ਯੂ ਟੈਪ ਕੀਤੀ ਇਹਨਾਂ ਨੇ, ਪਹਿਲਾਂ ਸੀਗੀ ਵੀ ਟੈਪ ਨਾਲ ਦਾ ਮਤਲਬ ਹੁੰਦਾ ਵੀ ਤੁਹਾਨੂੰ ਵੀ ਪਤਾ ਵੀ ਜੇ ਥੱਲਿਓਂ ਭਾਂਡਾ ਛੋਟਾ ਹੋਵੇਗਾ ਪਾਣੀ ਪਾਵਾਂਗੇ ਜਲਦੀ ਉੱਪਰ ਨੂੰ ਆਵੇਗਾ। ਮੀਟਿੰਗ ਦੇ ਵਿੱਚ ਐਕਸ਼ਨ ਸਾਹਿਬ ਮੰਨ ਕੇ ਆਏ ਕਿ ਮੈਂ 24 ਘੰਟੇ ਨਾਰ ਚਲਾ 24 ਘੰਟੇ ਨਾਰ ਚਲਾ ਕੇ ਸਾਰੇ ਮੋਗੇ ਇਹਨਾਂ ਨੂੰ ਚੈੱਕ ਕਰਵਾ ਦਿਆਂਗੇ ਵੀ ਪੂਰਾ ਪਾਣੀ ਹੋ ਗਿਆ। ਸਾਹਿਬ ਨਾਲ ਫਿਰ ਗੱਲ ਕਰਵਾਈ, ਡੀਸੀ ਸਾਹਿਬ ਨਾਲ ਫਿਰ ਸਾਡੀ ਵਿਚਾਰ ਵਟਾਂਦਰਾ ਹੋਇਆ। ਡੀਸੀ ਸਾਹਿਬ ਨੇ ਫਿਰ ਕਨਵਿੰਸ ਕਰਵਾਇਆ ਉਹਨਾਂ ਨੂੰ ਵੀ ਇੱਕ ਨਾਰ ਚਲਾ ਦੇ, ਹਾਲਾਤ ਖਰਾਬ ਹੋਣਗੇ। ਜਦੋਂ ਕਿਸਾਨ ਸਾਰੇ, ਕਿਉਂਕਿ ਅਸੀਂ ਆਗੂ ਹੋਣ ਦੇ ਨਾਂ 'ਤੇ ਅਸੀਂ ਹਰੇਕ ਮੋਗੇ ਦੀ ਜ਼ਿੰਮੇਵਾਰੀ ਚੱਕੀ ਸੀ। ਕੱਲ੍ਹ ਇਹਨਾਂ ਨੇ 3 ਵਜੇ ਦੀ ਨਾਰ ਬੰਦ ਕੀਤੀ ਹੋਈ ਹੈ, 2-3 ਵਜੇ ਦੀ, ਅਤੇ ਤੜਕੇ ਪਾਣੀ ਇਹਨਾਂ ਛੱਡਿਆ 6 ਵਜੇ। ਸਮਝ ਲਓ ਕਿੰਨਾ ਨੁਕਸਾਨ ਕਰਤਾ ਕੱਲ੍ਹ ਵੀ। ਸਾਹਿਬ ਦੇ ਨਾਂ 'ਤੇ ਵੀ ਕਿਹਾ ਵੀ ਇਹਨਾਂ ਨੂੰ ਵਾਲੀ ਨਹੀਂ ਪਤਾ ਹੈਗਾ ਡੀਸੀ ਸਾਹਿਬ ਨੂੰ। ਜਦੋਂ ਇਹਨਾਂ ਨੇ ਡੀਸੀ ਸਾਹਿਬ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਕੀ ਪਤਾ ਵੀ ਪਾਣੀ ਦਾ ਕੀ ਸਿਸਟਮ ਹੁੰਦਾ, ਲੋਕਾਂ ਦਾ ਹੋਰ ਵਿਸ਼ਵਾਸ ਉੱਡ ਗਿਆ। ਕੱਲ੍ਹ ਦਾ ਸਾਡਾ ਕਲੇਸ਼ ਹੋਇਆ, ਇਹਨਾਂ ਨੇ ਜਿਹੜਾ ਉਹ ਹੋਇਆ ਸਿੱਧਾ ਸਿਰਫ ਤੇ ਸਿਰਫ ਐਕਸ਼ਨ ਤੇ ਐਸਡੀਓ ਕਰਕੇ। ਸਤਿ ਸ਼੍ਰੀ ਅਕਾਲ, ਸਾਡਾ ਟੀਵੀ USA ਵੇਖ ਰਹੇ ਹੋ। ਕੱਲ੍ਹ ਹਬੋਰ ਦੇ ਵਿੱਚ ਜੋ ਕੁਛ ਕਿਸਾਨ ਲੀਡਰਾਂ ਦੇ ਨਾਲ ਹੋਇਆ, ਕਿਸਾਨਾਂ ਦੇ ਨਾਲ ਹੋਇਆ, ਉਹ ਸਾਰਿਆਂ ਨੇ ਵੇਖਿਆ। ਪਰ ਉਸ ਦੇ ਪਿੱਛੇ ਅਸਲ ਕਾਰਨ ਕੀ ਸੀ? ਕਿਉਂ ਪੁਲਿਸ ਨੂੰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਪਿਆ? ਕਿਉਂ ਕਿਸਾਨਾਂ ਦੀ ਪੁਲਿਸ ਦੇ ਨਾਲ ਤਲਖੀ ਹੋਈ? ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਿਸਾਨ ਉਸੇ ਧਰਨੇ 'ਤੇ ਮੌਜੂਦ ਅਤੇ ਕਿਸਾਨਾਂ ਦੇ ਨਾਲ ਅੱਜ ਆਪਾਂ ਰੂਬਰੂ ਹੋਵਾਂਗੇ। ਸਾਰੀਆਂ ਗੱਲਾਂ ਬਾਤਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਜਗਜੀਤ ਸਿੰਘ ਜੀ ਮੌਜੂਦ ਨੇ। ਬਾਈ ਜੀ, ਕੱਲ੍ਹ ਕੀ ਗੱਲ ਹੋਈ ਜਿਹੜਾ ਇੱਕੋ ਦਮ ਪੁਲਿਸ ਨੇ ਕਿਸਾਨਾਂ 'ਤੇ ਐਕਸ਼ਨ ਕੀਤਾ? ਪਹਿਲਾਂ ਤਾਂ ਮੈਂ ਤੁਹਾਡੇ USA ਸਾਡਾ ਟੀਵੀ ਧੰਨਵਾਦ ਕਰਦਾ ਕਿ ਸਾਡੀ ਕੱਲ੍ਹ ਕਵਰੇਜ ਪ੍ਰੋਪਰ ਨਹੀਂ ਹੋਈ ਸੀ। ਸ਼ਾਇਦ ਅੰਮ੍ਰਿਤਪਾਲ ਭਾਈ ਸਾਹਿਬ ਇੱਥੇ ਆਏ ਹੋਏ ਸੀ ਆਪਣੇ ਗਿੱਦੜਵਾ ਏਰੀਏ 'ਚ, ਅਤੇ ਤੁਹਾਨੂੰ ਮੌਕਾ ਨਹੀਂ ਮਿਲਿਆ। ਪਰ ਅੱਜ ਤੁਹਾਡਾ ਧੰਨਵਾਦ ਹੈ ਵੀ ਸਾਡਾ ਦਰਦ ਸੁਣਨ ਵਾਸਤੇ ਸਾਡੇ ਪਿੰਡ ਰੁਕਨਪੁਰਾ ਖੂਹੀ ਖੇੜੇ ਪਹੁੰਚੇ ਹੋ। ਅਤੇ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਕਨਵੀਨਰ ਹਬੋਰ ਦਾ ਹੋਣ ਦੇ ਨਾਂ 'ਤੇ ਤੁਹਾਡਾ ਧੰਨਵਾਦ ਕਰਦਾ। ਕੱਲ੍ਹ ਇਹ ਲੰਮੇ ਸਮੇਂ ਤੋਂ ਯਾਨੀ ਕਿ 5-6 ਦਿਨਾਂ ਤੋਂ ਸਾਡਾ ਐਕਸ਼ਨ ਸਾਹਿਬ ਨਾਲ ਤੇ ਐਸਡੀਓ ਸਾਹਿਬ ਦਾ ਜੋ ਵਿਹਾਰ ਸੀ ਜਾਂ ਰਵੱਈਆ ਸੀ ਜਾਂ ਸਾਡੇ ਕਿਸਾਨਾਂ ਪ੍ਰਤੀ ਜਿੰਨੇ ਵੀ ਟੈਲਾਂ ਤੋਂ ਬਗੈਰ ਜਿਹੜੇ ਉੱਪਰ ਵਾਲੇ ਮੋਗੇ ਸੀ ਉਹਨਾਂ ਕਿਸਾਨਾਂ ਨੂੰ ਉਹ ਕਿਸਾਨ ਹੀ ਨਹੀਂ ਸਮਝ ਰਹੇ ਸੀ। ਪਹਿਲਾਂ ਤਾਂ ਉਹਨਾਂ ਨੇ ਸਾਨੂੰ ਸਟਾਰਟਿੰਗ 'ਚ ਇੱਕ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਤੁਹਾਡੀ ਜਦੋਂ ਨਾਰ ਬਣੀ ਜਿਹੜੇ ਪੁਰਾਣੇ ਮੋਗੇ ਉਹਨਾਂ ਨੂੰ ਨਹੀਂ ਛੇੜਾਂਗੇ, ਇਸੇ ਤਰ੍ਹਾਂ ਤੁਹਾਡੇ ਮੋਗੇ ਰਹਿਣ ਦੇਵਾਂਗੇ, ਤੁਹਾਡਾ ਬੰਦਾ ਇੱਕ ਵਾਰ ਅਸੀਂ ਪਾਣੀ ਚਲਾਵਾਂਗੇ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਸ ਮੋਗੇ ਦਾ ਪਾਣੀ ਵੱਧ ਘੱਟ ਹੈ, ਫਿਰ ਐਡਜਸਟਮੈਂਟ ਕਰਾਂਗੇ। ਫਿਰ ਉਹਨਾਂ ਨੇ ਅਸੀਂ ਮੰਨੇ ਹੋਏ ਸੀ ਚਲੋ ਠੀਕ ਹੈ ਨਾਰ ਬਣਦੀ ਪਈ ਹੈ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਮੋਗੇ ਸਾਨੂੰ ਕਿਹਾ ਵੀ ਇਹ ਨਵੇਂ ਡਿਜ਼ਾਈਨ ਕੀਤੇ ਆ, ਮੋਗੇ ਨਾਰ ਦੇ ਹਿਸਾਬ ਨਾਲ ਲਾਉਣੇ ਆ, ਅਤੇ ਅਸੀਂ ਕਿਹਾ ਚਲੋ ਠੀਕ ਆ। ਪਰ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਵੀ ਜਿੱਥੋਂ ਅਸੀਂ ਮੋਗੇ ਪੱਟਾਂਗੇ ਉੱਦਾਂ ਲਾਵਾਂਗੇ। ਨਾਰ ਥੱਲਿਓਂ ਯੂ ਟੈਪ ਕੀਤੀ ਇਹਨਾਂ ਨੇ, ਪਹਿਲਾਂ ਸੀਗੀ ਵੀ ਟੈਪ ਨਾਰ ਦਾ ਮਤਲਬ ਹੁੰਦਾ ਵੀ ਤੁਹਾਨੂੰ ਵੀ ਪਤਾ ਵੀ ਜੇ ਥੱਲਿਓਂ ਭਾਂਡਾ ਛੋਟਾ ਹੋਵੇਗਾ ਪਾਣੀ ਪਾਵਾਂਗੇ ਜਲਦੀ ਉੱਪਰ ਨੂੰ ਆਵੇਗਾ। ਉਦੋਂ ਸਾਡੇ ਮੋਗੇ ਥੱਲੇ ਲੱਗੇ ਹੋਏ ਸੀਗੇ, ਪਰ ਇਹਨਾਂ ਨੇ ਯੂ ਟੈਪ ਕਰਤੀ, ਥੱਲਿਓਂ ਭਾਂਡਾ ਚੌੜਾ ਕਰਤਾ। ਜੇ ਥੱਲਿਓਂ ਭਾਂਡਾ ਚੌੜਾ ਹੋਵੇਗਾ ਤਾਂ ਪਾਣੀ ਉੱਪਰ ਜਲਦੀ ਨਹੀਂ ਆਵੇਗਾ, ਥੱਲੇ ਜ਼ਿਆਦਾ ਰਹੇ। ਇਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਅਸੀਂ ਕਾਫੀ ਐਕਸ਼ਨ ਸਾਹਿਬ ਨੂੰ ਮਿਲੇ, ਐਸਡੀਓ ਸਾਹਿਬ ਨੂੰ ਮਿਲੇ ਵੀ ਤੁਸੀਂ 1-2 ਮੋਗੇ ਉਹਨਾਂ ਨੇ ਇੱਥੇ ਲਾਏ, ਪਰ ਜੋ ਮੋਗੇ ਲਾਏ ਇਹਨਾਂ ਨੇ ਉਹ ਬਿਲਕੁਲ ਜਿਹੜਾ ਤਲਾ ਸੀ ਉੱਥੋਂ 1.5 ਫੁੱਟ ਉੱਤੇ ਚੱਕ ਕੇ ਲਾਤੇ। ਉਹਨਾਂ ਵਿੱਚ ਪਾਣੀ ਪੈਂਦਾ ਹੀ ਨਹੀਂ ਸੀਗਾ। ਕੱਲ੍ਹ ਜਿਹੜੀ ਨਾਰ ਜਿੱਥੇ ਤਲਕੀ ਹੋਈ ਸੀ ਉਦੋਂ ਨਾਰ ਚੱਲਦੀ ਸੀ ਨਾ, ਕਈ ਮੋਗਿਆਂ ਦੇ ਵਿੱਚ ਪਾਣੀ ਨਹੀਂ ਪਿਆ। ਜਿਹੜੇ ਮੋਗੇ ਵਿੱਚ ਪਾਣੀ ਉਸ ਪੌਣੀ ਨਾਰ ਦੇ ਵਿੱਚ ਨਹੀਂ ਪਿਆ, ਅਤੇ ਉਸ ਤਰ੍ਹਾਂ ਪਾਣੀ ਪੂਰਾ ਨਹੀਂ ਹੋ ਸਕਦਾ। ਇਸ ਬੇਸ 'ਤੇ ਸਾਡਾ ਲਗਾਤਾਰ ਚੱਲਦਾ ਰਿਹਾ। ਅਤੇ ਕੱਲ੍ਹ ਪਰਸੋਂ ਸਵੇਰੇ ਆਪ ਨੂੰ DC ਮੈਡਮ ਨੇ ਸੱਦਿਆ, DC ਮੈਡਮ ਨੇ ਐਕਸ਼ਨ ਸਾਹਿਬ ਨੂੰ ਵੀ ਸੱਦਿਆ। ਉੱਥੇ ਸਾਡਾ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਐਕਸ਼ਨ ਸਾਹਿਬ ਮੰਨ ਕੇ ਆਏ
ਕਿ ਮੈਂ 24 ਘੰਟੇ ਨਾਰ ਚਲਾ ਨਾ 24 ਘੰਟੇ ਨਾਰ ਚਲਾ ਕੇ ਸਾਰੇ ਮੋਗੇ ਇਹਨਾਂ ਨੂੰ ਚੈੱਕ ਕਰਵਾ ਦਿਆਂਗੇ ਵੀ ਪੂਰਾ ਪਾਣੀ ਹੋ ਗਿਆ। ਪਰ ਬਾਹਰ ਨਿਕਲ ਕੇ ਫਿਰ ਉਹਨੇ ਕਿਹਾ ਵੀ ਕੁਝ ਮੋਗੇ ਅਸੀਂ ਪੱਟਾਂਗੇ, ਫਿਰ ਅਸੀਂ ਨਾਰ ਚਲਾਵਾਂਗੇ, ਬਦਲ ਗਿਆ ਆਪਦੇ ਬਿਆਨਾਂ ਤੋਂ। ਉਹਨੇ ਫਿਰ ਕੁਛ ਜਦੋਂ ਇੱਥੇ 700-800 ਬੰਦਾ ਜਦੋਂ ਮੋਗੇ ਪੱਟਣ ਆਇਆ, ਕਿਸਾਨ ਸਾਰੇ ਪਿੰਡਾਂ ਦੇ ਮੋਗਿਆਂ ਤੇ ਆਉਣੇ ਸ਼ੁਰੂ ਹੋ ਗਏ। ਫਿਰ ਇਹਨਾਂ ਹਾਲਾਤਾਂ ਨੂੰ ਦੇਖ ਕੇ ਉਹਨਾਂ ਡੀਸੀ ਸਾਹਿਬ ਨਾਲ ਫਿਰ ਗੱਲ ਕਰਵਾਈ। ਡੀਸੀ ਸਾਹਿਬ ਨਾਲ ਫਿਰ ਸਾਡੀ ਵਿਚਾਰ ਵਟਾਂਦਰਾ ਹੋਇਆ। ਡੀਸੀ ਸਾਹਿਬ ਨੇ ਫਿਰ ਕਨਵਿੰਸ ਕਰਵਾਇਆ ਉਹਨਾਂ ਨੂੰ ਵੀ ਇੱਕਰਾ ਨਾਰ ਚਲਾ ਦੇ, ਹਾਲਾਤ ਖਰਾਬ ਹੋਣਗੇ। ਜਦੋਂ ਕਿਸਾਨ ਸਾਰੇ, ਕਿਉਂਕਿ ਅਸੀਂ ਆਗੂ ਹੋਣ ਦੇ ਨਾਂ 'ਤੇ ਅਸੀਂ ਹਰੇਕ ਮੋਗੇ ਦੀ ਜ਼ਿੰਮੇਵਾਰੀ ਚੱਕੀ ਸੀਗੀ ਵੀ ਕਿਸੇ ਵੀ ਮੋਗੇ 'ਚ ਕੋਈ ਪ੍ਰੋਬਲਮ ਹੋਈ, ਕਿਸੇ ਦਾ ਉੱਚਾ ਹੋਇਆ ਨੀਵਾਂ ਹੋਇਆ, ਜੇ ਟਾਈਲਾਂ ਪੂਰੀਆਂ ਨਾ ਹੋਈਆਂ ਅਸੀਂ ਤੁਹਾਡੇ ਕੋਲ ਖੜ ਕੇ ਕਰਾਵਾਂਗੇ ਤੇ ਬਾਕੀ ਸਾਰੇ ਮੋਗੇ ਆਪਾਂ ਚੈੱਕ ਕਰ ਲਾਂਗੇ। ਪਰ ਉਹਨੇ ਇਹ ਨਹੀਂ ਵੇਖਿਆ। ਪਹਿਲਾਂ ਹੀ ਅਸੀਂ ਤੁਹਾਨੂੰ ਕੀ ਦੱਸੀ, ਇਹਨਾਂ ਨੇ 15 ਜਾਣੀ ਕਿ ਫਰਵਰੀ 20 ਫਰਵਰੀ ਤੱਕ ਇਹਨਾਂ ਨਹਿਰ ਚਲਾ ਕੇ ਦੇਣੀ ਸੀ। 15 ਦਿਨ ਪਹਿਲਾਂ ਲੇਟ ਸੀ, ਪਰ ਫਿਰ ਵੀ ਇਹਨਾਂ ਕਿਹਾ ਸੀ 20 ਫਰਵਰੀ ਨੂੰ ਅਸੀਂ ਨਹਿਰ ਚਲਾ ਦਿਆਂਗੇ। ਅੱਜ ਤੁਸੀਂ ਦੇਖੋ ਮਾਰਚ ਦੀ 10-11 ਤਰੀਕ ਹੋ ਗਈ ਹੈ, ਹਾਲੀ ਨਹਿਰ 'ਚ ਪਾਣੀ ਨਹੀਂ ਆਇਆ। ਇਹਨਾਂ ਨੇ ਕੱਲ੍ਹ ਵੀ ਜਦੋਂ ਸਾਡੀ ਮੀਟਿੰਗ ਦੇ ਵਿੱਚ ਕਿਹਾ ਵੀ 6 ਘੰਟੇ ਨਹਿਰ ਬੰਦ ਕਰਕੇ ਚਲਾਵਾਂਗੇ, ਪਰ 6 ਨਹੀਂ ਕੀਤੀ। ਕੱਲ੍ਹ ਇਹਨਾਂ ਨੇ 3 ਵਜੇ ਦੀ ਨਹਿਰ ਬੰਦ ਕੀਤੀ ਹੋਈ ਹੈ, 2-3 ਵਜੇ ਦੀ, ਤੇ ਤੜਕੇ ਪਾਣੀ ਇਹਨਾਂ ਛੱਡਿਆ 6 ਵਜੇ। ਸਮਝ ਲਓ ਕਿੰਨਾ ਨੁਕਸਾਨ ਕਰਤਾ। ਕੱਲ੍ਹ ਵੀ ਮੀਟਿੰਗ ਦੇ ਵਿੱਚ ਪੂਰਾ ਮੰਨ ਕੇ ਵੀ ਇਸ ਤੋਂ ਵੱਧ ਅਸੀਂ ਮਿੰਟ ਨਹੀਂ ਲਾਵਾਂ। ਇਹ ਇਸ ਕਰਕੇ ਲੋਕਾਂ ਦਾ ਇਹਨਾਂ 2 ਅਫਸਰਾਂ ਤੋਂ ਵਿਸ਼ਵਾਸ ਉੱਠ ਗਿਆ। ਲੋਕਾਂ ਦਾ ਵਿਸ਼ਵਾਸ ਉੱਠਣ ਕਰਕੇ ਰਾਤ ਨੂੰ ਚਲੋ ਡੀਸੀ ਸਾਹਿਬ ਨੇ ਸਾਨੂੰ ਜਿਵੇਂ ਕੱਲ੍ਹ ਦੀ ਮੀਟਿੰਗ ਦਾ ਟਾਈਮ ਦਿੱਤਾ ਹੀ ਸੀਗਾ, ਪਰ ਲੋਕਾਂ ਨੂੰ ਜਦੋਂ ਇਹਨਾਂ ਡੀਸੀ ਸਾਹਿਬ ਦੇ ਨਾਂ 'ਤੇ ਵੀ ਕਿਹਾ ਵੀ ਇਹਨਾਂ ਨੂੰ ਹਾਲੀ ਨਹੀਂ ਪਤਾ ਹੈਗਾ ਡੀਸੀ ਸਾਹਿਬ ਨੂੰ, ਜਦੋਂ ਇਹਨਾਂ ਨੇ ਡੀਸੀ ਸਾਹਿਬ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਕੀ ਪਤਾ ਵੀ ਪਾਣੀ ਦਾ ਕੀ ਸਿਸਟਮ ਹੁੰਦਾ, ਲੋਕਾਂ ਦਾ ਹੋਰ ਵਿਸ਼ਵਾਸ ਉੱਡ ਗਿਆ ਵੀ ਇੱਕ ਗੱਲ ਤਾਂ ਸਾਡੀ ਐਕਸ਼ਨ ਅੱਗੇ ਹੀ ਨਹੀਂ ਸੁਣ ਰਿਹਾ। ਇੱਕ ਜਿਹੜੇ ਜ਼ਿਲ੍ਹੇ ਦੇ ਮਾਲਕ ਨੇ, ਜਿਨ੍ਹਾਂ ਨੇ ਹਰੇਕ ਚੀਜ਼ ਵੰਡ ਕੇ ਦੇਣੀ ਹੈ, ਜਿਨ੍ਹਾਂ ਉੱਤੇ ਲੋਕਾਂ ਨੂੰ ਬਹੁਤ ਵੱਡਾ ਭਰੋਸਾ ਹੁੰਦਾ ਵੀ ਡੀਸੀ ਤੋਂ ਵੱਡੀ ਪਾਵਰ ਹੈ ਨਹੀਂ ਕੋਈ, ਜੇ ਅਫਸਰ ਉਹਨਾਂ ਨੂੰ ਇੱਦਾਂ ਬੋਲ ਰਿਹਾ ਤੇ ਸਾਡੀ ਤੇ ਕਦੀ ਜੇ ਮੋਗੇ ਇੱਦਾਂ ਲੱਗ ਗਏ ਸਾਡੀ ਸੁਣਵਾਈ ਨਹੀਂ ਕਰਨੀ। ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਰੇ ਜਦੋਂ ਕਿਸਾਨ ਉੱਠ ਕੇ ਫੱਟੇ ਛੱਡਣ ਗਏ, ਫਿਰ ਨਾਲ ਨਿਰਮਲ ਸਾਡਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਕਨਵੀਨਰ ਬੱਲੂਆਣੇ ਦਾ, ਜੋ ਰਾਤ ਅੰਦੋਲਨ ਚਲਾ ਰਹੇ ਸੀਗੇ ਮੌਕੇ 'ਤੇ ਸੀ, ਫਿਰ ਇਹਨਾਂ ਨੂੰ ਉਹਨਾਂ ਕਿਸਾਨਾਂ ਦੀ ਅਗਵਾਈ ਕਰਨੀ ਪਈ, ਕਿਉਂਕਿ ਜੇ ਅਗਵਾਈ ਨਾ ਕਰਦੇ ਤਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਹੈਪਨ ਹੋ ਸਕਦਾ ਸੀਗਾ। ਇਹਨਾਂ ਨੇ ਫਿਰ ਉਹਨਾਂ ਦੀ ਅਗਵਾਈ ਕਰਕੇ ਇਹਨਾਂ ਦੇ ਦੇਖ ਰੇਖ ਵਿੱਚ ਫੱਟੇ ਛੱਡੇ ਗਏ। ਫਿਰ ਵੀ ਐਕਸ਼ਨ ਨੂੰ ਉਹ ਜਿਵੇਂ ਆਉਂਦੇ ਨੇ ਵੀ ਸਬਰ ਸੰਦੋਖ ਨਹੀਂ, ਫੱਟੇ ਹੀ ਛੱਡਤੇ ਸੀ। ਪਾਣੀ ਆ ਗਿਆ ਸੀਗਾ, ਪਾਣੀ ਜਿਹੜਾ 2 ਮਹੀਨਿਆਂ ਤੋਂ ਬੰਦ ਸੀ, ਕਿਸੇ ਵਾਟਰ ਵਰਕਸ ਵਿੱਚ ਪਾਣੀ ਨਹੀਂ ਹੈਗਾ, ਕਿਸੇ ਡਿੱਗੀਆਂ ਵਿੱਚ ਜਿਹੜੇ ਡੰਗਰਾਂ ਨੂੰ ਅਸੀਂ ਪਾਣੇ ਚੰਗਾ ਪਾਣੀ ਨਹੀਂ ਸੀ ਹੈਗਾ, ਛੱਪੜਾਂ ਦਾ ਜਾਂ ਥੱਲਿਓਂ ਗੰਦਾ ਪਾਣੀ ਕੱਢ ਕੇ ਪੀਂਦੇ ਪਏ ਸੀ, ਪਾਣੀ ਪਾਉਂਦੇ ਪਏ ਸੀ, ਉਹਨਾਂ ਚੀਜ਼ਾਂ ਨੂੰ ਮੁੱਖ ਨਹੀਂ ਰੱਖਿਆ ਗਿਆ। ਉਹਨੇ ਇੱਕ ਰਿਪੋਰਟ ਇੱਥੋਂ ਤਿਆਰ ਕੀਤੀ, ਜਿਹੜੀ ਰਿਪੋਰਟ ਦੇ ਵਿੱਚ ਕਿਸੇ ਸਾਡੇ ਜਥੇਬੰਦੀ ਜਿਵੇਂ ਨਿਰਮਲ ਸਿੰਘ ਸਾਡਾ ਆਗੂ ਸੀਗਾ ਬੱਲੂਆਣੇ ਦਾ, ਉਹਦੀ ਅਗਵਾਈ ਵਿੱਚ ਜਦੋਂ ਕਿਸਾਨ ਜੇ ਇਕੱਲੇ ਜਾ ਕੇ ਕਰਦੇ ਫਿਰ ਤਾਂ ਜਿਵੇਂ ਉੱਠ ਪਏ ਸੀ ਕਿਸਾਨ, ਕੋਈ ਹੁੱਲੜਬਾਜੀ ਹੋ ਜਾਂਦੀ, ਉੱਥੇ ਕੋਈ ਨੁਕਸਾਨ ਹੋ ਜਾਂਦਾ, ਕਿਸੇ ਦਾ ਵੱਡੀ ਨਹਿਰ ਸੀ ਵਿੱਚ ਡਿੱਗ ਕੇ ਹੈਪਨ ਹੋ ਜਾਂਦਾ, ਉਹ ਵੱਡਾ ਨੁਕਸਾਨ। ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਸਾਡੇ ਆਗੂ ਸੀ ਉਹਨੇ ਉਹ ਜ਼ਿੰਮੇਵਾਰੀ ਆਪਦੀ ਸਮਝੀ ਉਹਨਾਂ ਦੇ ਨਾਲ ਜਾਣਾ। ਉਸ ਸਿਸਟਮ ਨੂੰ ਵੀ ਇੱਕ ਰਾਂ 'ਚ ਪਾਣੀ ਛੱਡੇ ਨਾਲ ਜੇ ਲੋਕਾਂ ਦਾ ਗੁੱਸਾ ਠੰਡਾ ਹੋ ਜਾਏਗਾ ਤੇ ਲੋਕਾਂ ਦਾ ਪਾਣੀ ਆ, ਐਕਸ਼ਨ ਦਾ ਪਾਣੀ ਹੈ ਨਹੀਂ, ਪੰਜਾਬ ਦੇ ਲੋਕਾਂ ਦਾ ਪਾਣੀ, ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਰਹੇ। ਇਹ 2 ਨਹਿਰਾਂ ਚੱਲ ਰਹੀਆਂ, ਇੱਕ ਨਹਿਰ ਬੰਦ ਕਰਕੇ ਅੜੀ ਕਰਕੇ ਬੈਠਾ ਹੋਇਆ ਸੀਗਾ, ਤੇ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਪਾਣੀ ਛੱਡਿਆ। ਫਿਰ ਵੀ ਉਹਨਾਂ ਨੂੰ ਤਸੱਲੀ ਨਹੀਂ ਹੋਈ, ਉਹਨਾਂ ਨੇ ਇੱਥੇ ਰਿਪੋਰਟ ਬਣਾ ਕੇ ਚੀਫ ਸੈਕਟਰੀ ਨੂੰ ਭੇਜਤੀ ਵੀ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆਹ ਹਾਲਾਤ ਸੀ ਇਸ ਕਰਕੇ ਕਿਸਾਨ ਹੋਏ। ਉਹਨਾਂ ਨੇ ਇਹ ਕਹਿ ਦਿੱਤਾ ਵੀ ਇੱਥੋਂ ਕੋਈ ਨਿਰਮਲ ਸਿੰਘ ਇੱਕ 20-25 ਕਿਸਾਨ ਲੈ ਕੇ ਤੇ ਜਾ ਕੇ ਆਪਣੇ ਹੈੱਡ ਤੇ ਕਬਜ਼ਾ ਕਰ ਲਿਆ। ਗੱਲਬਾਤ ਲਈ ਨਹੀਂ ਆਏ, ਹੈੱਡ ਤੇ ਕਬਜ਼ਾ ਉਹਨਾਂ ਦੱਸ ਦਿੱਤਾ। ਅਸੀਂ ਤਾਂ ਉਹਨਾਂ ਨੂੰ ਮੀਟਿੰਗ ਮੰਗਦੇ ਪਏ ਸੀ, ਸਾਨੂੰ ਵਿਸ਼ਵਾਸ ਵੀ ਨਹੀਂ ਦਿਵਾਇਆ ਵੀ ਹਾਂ ਜੇ ਤੁਹਾਡੇ ਮੋਗਿਆਂ 'ਚ ਕੋਈ ਫਾਲਟ ਆ, ਤੁਹਾਡੇ ਗਲਤ ਮੋਗੇ ਆ, ਟਾਈਮ ਬਾਉਂਡ ਜਾਂ ਕਮੇਟੀ ਬਣਾ ਲਓ, ਅਸੀਂ ਤੁਹਾਡੇ ਇਹ 2 ਦਿਨਾਂ ਵਿੱਚ, ਕਿਉਂਕਿ ਲੇਟ ਕਰਕੇ ਸਾਨੂੰ ਜ਼ਿਆਦਾ ਸ਼ੰਕਾ ਸੀ ਜੇ ਪਹਿਲਾਂ ਵੀ ਉਹ ਜਿਹੜੀਆਂ 2 ਨਹਿਰਾਂ ਬਣੀਆਂ ਅੱਜ ਤੱਕ ਉੱਥੇ ਜਿਹੜੇ ਮੋਗੇ ਇਹਨਾਂ ਨੇ ਗਲਤ ਲਾਏ ਹੋਏ ਆ, ਜਿਹੜੇ ਇਹਨਾਂ ਨੇ ਮੋਗੇ ਚੱਕਤੇ ਸੀ, ਉਹਨਾਂ ਕਿਸਾਨਾਂ ਦੇ ਜਾ ਕੇ ਹਾਲਾਤ ਦੇਖ ਸਕਦੇ ਆ। ਉਹਨਾਂ ਕਿਸਾਨਾਂ ਦੀ ਜਿੰਦੀ 10 ਕਿੱਲੇ ਪੈਲੀ ਸੀ ਉਹਦੇ 'ਚੋਂ 4 ਕਿੱਲੇ ਪੱਕਦੀ ਪਈ ਆ, ਕਿਸੇ ਦਾ ਕਿੱਲਾ ਭਰਿੰਦਾ, ਕਿਸੇ ਦਾ। ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿਸਾਨਾਂ 'ਚ ਜ਼ਿਆਦਾ ਗੁੱਸਾ ਸੀ, ਜੇ ਕਿਤੇ ਮੋਗੇ ਲੱਗ ਗਏ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕਰਨੀ। ਨਾਲੇ ਜਿੱਦਾਂ ਦਾ ਉਹਨਾਂ ਦਾ ਐਟੀਟਿਊਡ ਆ, ਗੱਲ ਐਟੀਟਿਊਡ 'ਤੇ ਜਾਂਦੀ, ਜਿੱਦਾਂ ਦਾ ਉਹਨਾਂ ਦਾ ਐਟੀਟਿਊਡ ਸੀ, ਉਸ ਐਟੀਟਿਊਡ ਨੂੰ ਵੇਖ ਕੇ ਜਿਹੜਾ ਕੱਲ੍ਹ ਦਾ ਸਾਡਾ ਕਲੇਸ਼ ਹੋਇਆ, ਇਹਨਾਂ ਨੇ ਜਿਹੜਾ ਉਹ ਹੋਇਆ ਸਿੱਧਾ ਸਿਰਫ ਤੇ ਸਿਰਫ ਐਕਸ਼ਨ ਕਰਕੇ, ਐਕਸ਼ਨ ਤੇ SDO ਕਰਕੇ। ਨਹੀਂ ਤਾਂ ਜਿਹੜੇ ਜ਼ਿਲ੍ਹੇ ਦਾ ਸਾਡਾ ਪ੍ਰਸ਼ਾਸਨ ਸੀ, ਚਾਹੇ SSP ਅਨਵੀਤ ਕੌਰ ਸਿੱਧੂ ਆ, ਉਹਨੇ ਬੜੀ ਵਧੀਆ ਤਰੀਕੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ। ਮੈਡਮ ਜਿਹੜੀ ਸਾਡੀ ਸੀਗੀ ਆਪਣੀ DC ਮੈਡਮ, ਉਹਨਾਂ ਨੇ ਵੀ ਇੰਨਾ ਵਧੀਆ, ਉਹਨਾਂ ਨੇ ਕਿਹਾ ਸੀ ਕਲੇਸ਼ ਨਹੀਂ ਕਰਨਾ, ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਛੋਟੀ ਮੋਟੀ
ਇਹ 24 ਘੰਟੇ ਦੀ ਕਿੱਡੀ ਕੁ ਵੱਡੀ ਗੱਲ ਸੀ। ਜੇ 24 ਘੰਟੇ ਨਹਿਰ ਚਲਾਉਣ ਨਾਲ ਇਹ ਕਿਸਾਨਾਂ ਸਾਰਿਆਂ ਦੀ ਸੰਤੁਸ਼ਟੀ ਹੁੰਦੀ ਆ ਤੇ ਆਪ ਨੂੰ ਕਿੱਡਾ ਕੁ ਵੱਡਾ ਫਰਕ ਪੈਣਾ। ਪਰ ਇਹਨਾਂ ਨੇ ਇੱਕ ਅੜੀਅਲ ਸੁਭਾਅ ਦਾ ਨਾਲ, ਜਿਵੇਂ ਇੱਕ ਅਫਸਰ ਕਹਿੰਦਾ ਨਾ ਆਪਣੀ ਈਗੋ, ਇਹਨਾਂ ਨੇ ਕਿ ਈਗੋ ਸਮਝੀ ਵੀ ਨਹੀਂ ਮੈਂ ਇਹਨਾਂ ਲੋਕਾਂ ਨੂੰ ਇੱਕ ਨੀਵਾਂ ਦਿਖਾਉਣਾ। ਨੀਵਾਂ ਦਿਖਾਉਣ ਕਰਕੇ ਕੱਲ ਇਹਨੇ ਐਡਾ ਵੱਡਾ ਕਲੇਸ਼ ਕਰਾਇਆ। ਉਹਦੇ ਵਿੱਚ ਹੋ ਸਕਦਾ ਸੀ ਕੋਈ ਵੱਡਾ ਹੈਪਨ ਵੀ ਹੋ ਜਾਂਦਾ, ਟਕਰਾ ਹੋਇਆ ਵੀ ਹੈ। ਜਦੋਂ ਇਹਨਾਂ ਨੇ, ਅਸੀਂ ਤਾਂ ਮੈਡਮ ਦੀ ਇੱਥੇ ਵੇਟ ਕਰ ਰਹੇ ਸੀ ਆਪਣੇ ਮੋਘਿਆਂ ਤੇ, ਮੈਡਮ ਨੇ ਸਾਨੂੰ ਟਾਈਮ ਦਿੱਤਾ 10 ਵਜੇ ਮੋਘੇ ਤੇ, ਇੱਥੇ 700 ਬੰਦਾ ਬੈਠਾ ਸੀਗਾ, 800 ਜਿਹੜਾ ਕਿਸਾਨ ਸੀਗਾ, ਜਿਹੜੇ ਪੀੜਤ ਕਿਸਾਨ ਸੀਗੇ, ਉਹ ਉਹਨਾਂ ਦੀ ਵੇਟ ਕਰ ਰਹੇ ਸੀ। ਤੇ ਉੱਥੇ ਜਾ ਕੇ ਮੈਡਮ ਸ਼ਾਇਦ ਆਪਣੇ ਚਲੇ ਗਏ ਡੈਮ ਤੇ ਆਣਾ ਹੈੱਡ ਤੇ ਚਲੇ ਗਏ। ਉੱਥੇ ਫਿਰ ਜਦੋਂ ਇਹਨਾਂ ਨੂੰ ਰੈਸਟ ਦਾ ਆਰਡਰ ਦੇ ਦਿੱਤਾ ਉਹਨਾਂ ਨੂੰ, ਹੈ ਨਾ, ਤੇ ਇਹਨਾਂ ਦਾ ਮੈਸੇਜ ਮਿਲਿਆ ਇੱਥੋਂ, ਯਕਦਮ ਕਿਸਾਨ ਭੱਜ ਕੇ ਗਏ। ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ। 2 ਸਾਡੇ ਕਿਸਾਨ ਸੀ ਜਿਹੜੇ ਸ਼ਾਇਦ ਉੱਥੇ ਵੱਡਾ ਹੈਪਨ ਹੋ ਜਾਣਾ ਸੀਗਾ, ਉਹਨਾਂ ਦੀ ਡੈਥ ਵੀ ਹੋ ਸਕਦੀ ਜਿੱਦਾਂ ਉਹਨਾਂ ਦਾ ਐਕਸੀਡੈਂਟ ਹੋਇਆ, ਗੱਡੀ 'ਚ ਵੱਜਾ। ਪਰ ਇਹ ਸਾਰੇ ਜਿਹੜੀ ਜੜ ਦੀ, ਜਿਹੜੀ ਆਂਦੇ ਨਾ ਜਿਹੜੇ ਸਿਸਟਮ ਨੂੰ ਕ੍ਰੀਏਟ ਕਰਨ ਦੀ ਜੜ ਸੀ, ਉਹ ਐਕਸ਼ਨ ਤੇ ਐਸਡੀਓ ਸੀ। ਜਗਜੀਤ ਬਾਈ ਜੀ, ਇੱਕ ਗੱਲ ਹੋਰ ਸਮਝਾ ਦਿਓ ਵੀ ਐਕਸ਼ਨ ਦਾ ਕਿਹੜਾ ਘਰ ਦਾ ਪਾਣੀ ਹੈ ਜਿਹੜਾ ਉਹ ਇਹੋ ਜਿਹਾ ਕਰ ਰਿਹਾ? ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਹਰ ਇੱਕ ਘਰ ਨੂੰ ਪਾਣੀ ਪੂਰਾ ਕੀਤਾ ਜਾਊਗਾ, ਫਿਰ ਐਕਸ਼ਨ ਇਦਾਂ ਕਿਉਂ ਕਰ ਰਿਹਾ? ਉਹ ਹੀ ਸਾਡੀ ਸਮਝ ਤੋਂ ਬਾਹਰ ਸੀ ਨਾ। ਜਦੋਂ ਅਸੀਂ ਉਹਨੂੰ ਲਿਖਤੀ ਰੂਪ ਵਿੱਚ, ਅੱਜ ਵੀ ਸਾਡੇ ਕੋਲ ਮੰਗ ਪੱਤਰ ਲਿਖਿਆ ਪਿਆ, ਜਿਹੜਾ ਜਿੱਦਣ ਅਸੀਂ ਧਰਨਾ ਸਟਾਰਟ ਨਹੀਂ ਕੀਤਾ ਸੀ, ਐਕਸ਼ਨ ਦੇ 2-3 ਜਿਹੜੇ ਰਵੱਈਏ ਸੀ ਉਹਨਾਂ ਤੋਂ ਕਲੀਅਰ ਹੋ ਗਿਆ ਸਾਨੂੰ ਵੀ ਇਹਦੇ ਹਾਲਾਤ ਇਹ ਆ ਵੀ ਇਹਨਾਂ ਦੇ ਮੋਘੇ ਬੰਦ ਕਰਨੇ ਆ। ਜਿੱਦਣ ਸਾਡੀ ਵੀਡੀਓ ਇੱਕ ਤੁਸੀਂ ਦੇਖੀ ਹੋਣੀ ਹੈ ਚੱਲਦੀ ਪਈ, ਅਸੀਂ ਇੱਕ ਥਾਂ ਐਕਸ਼ਨ ਖੜਾ ਹੋਇਆ, ਇੱਕ ਥਾਂ ਅਸੀਂ ਉਹਨਾਂ ਨਾਲ ਮੋਘਾ ਦਿਖਾ ਕੇ ਗੱਲਬਾਤ ਕਰ ਰਹੇ ਹਾਂ, ਤੇ ਉੱਥੇ ਉਹਦੇ ਕੋਲ ਕੋਈ ਜਵਾਬ ਹੈ ਨਹੀਂਗਾ। ਉੱਥੇ ਉਹ ਬੋਲਿਆ ਨਹੀਂ, ਕਹਿੰਦਾ ਨਹੀਂ ਮੋਘੇ ਡਿਜ਼ਾਈਨ ਦੇ ਮੁਤਾਬਕ ਲੱਗੇ ਆ। ਉੱਦਾਂ ਕਹਿੰਦਾ ਸੀ ਵੀ ਲੱਗਦਾ ਮੈਨੂੰ ਦੁੱਖ ਆ। ਫਿਰ ਇੱਕ ਉਦੋਂ ਨਾ ਪਿੱਛੇ ਬੰਨਾ ਲੱਗਾ ਸੀਗਾ ਤੇ ਉੱਥੇ ਇਹ ਮੋਘੀ ਲੱਗੀ ਇੱਕ ਛੋਟੀ ਕੰਧ ਵਾਲੇ ਨੂੰ, ਉਸ ਮੋਘੀ ਉੱਤੇ ਫੁੱਲ ਦਬਾਅ ਸੀਗਾ, ਪੂਰਾ ਦਬਾਅ ਸੀ, ਤਕਦੀਰੀ ਚੱਲਦੀ ਪਈ ਸੀ। ਉੱਥੇ ਹੀ ਅਸੀਂ ਐਕਸ਼ਨ ਸਾਹਿਬ ਠੱਲ ਲਿਆ। ਐਕਸ਼ਨ ਸਾਹਿਬ ਨੂੰ ਪੁੱਛਿਆ ਵੀ ਉੱਥੇ ਮੋਘੇ 'ਚ ਜਿਹੜੇ ਖਾਲੇ 'ਚ ਪਾਣੀ ਸੀ, ਜਿੱਥੇ ਪਹਿਲਾਂ ਪਾਣੀ ਚੱਲਦਾ ਸੀ, ਉੱਥੋਂ ਅੱਧਾ ਸੀਗਾ, ਤੇ ਉਹ ਇੱਕ 4 ਏਕੜ ਦਾ ਕਿਸਾਨ ਸੀਗਾ ਜਿੰਨੇ ਰਾਤ ਪਾਣੀ ਲਾਇਆ ਸੀ, ਜਿੰਦਾ ਘੰਟਾ ਇੱਕ ਸ਼ਾਇਦ 2 ਘੰਟੇ ਪਾਣੀ ਸੀਗਾ। ਉਹਨੇ ਆਣ ਕੇ ਦੱਸਿਆ ਵੀ ਮੇਰਾ ਇੱਕ ਵਾਰੀ ਨਾਲ 1 ਕਿੱਲਾ ਪਹਿਲਾਂ ਭਰਿਆ ਜਾਂਦਾ ਸੀਗਾ, ਤੇ ਰਾਤੀ ਉਹਦਾ 2 ਕਨਾਲਾਂ ਭਰੀ ਸੀ। ਉਹਨੇ ਵੀ ਮੌਕੇ 'ਤੇ ਆ ਕੇ ਐਕਸ਼ਨ ਸਾਹਿਬ ਨੂੰ ਆਖਿਆ ਵੀ ਤੁਸੀਂ ਕੀ ਸਾਡੇ ਨਾਲ ਇਨਸਾਫ ਕੀਤਾ ਵੀ ਜਿੰਨਾ ਪਾਣੀ ਦੇਣਾ ਸੀ ਉਹਨੇ ਪਾਣੀ ਚੱਲਦਿਆਂ ਮੋਗੀ, ਤੇ ਜਿੱਥੇ ਮੇਰਾ ਕਿੱਲਾ ਭਰਿੰਦਾ ਸੀ ਉੱਥੇ 2 ਕਨਾਲਾਂ ਭਰੀਚੀ, ਤੇ ਮੇਰੀ 4 ਕਿੱਲਿਆਂ ਦਾ ਮੈਂ ਮਾਲਕ ਹਾਂ, ਤੇ 2 ਕਨਾਲਾਂ ਜਾਂ 3 ਕਨਾਲਾਂ ਦੇ ਹਿਸਾਬ ਨਾਲ ਲਾ ਲਓ ਵੀ 10 ਵਾਰੀਆਂ ਬਣਦੀਆਂ 4 ਕਿੱਲੇ ਪਿੱਛਣ ਵਾਸਤੇ। ਤੇ ਇੰਨੀ ਗਰਮੀ ਦੇ ਮੁਤਾਬਕ ਜਿਹੜੀ ਸਾਡੀਆਂ ਜ਼ਮੀਨਾਂ, ਜੇ ਤੀਜੀ ਵਾਰੀ ਜਾਂ ਚੌਥੀ ਵਾਰੀ ਪਾਣੀ ਨਹੀਂ ਪਹਿਲੀ ਫਸਲ ਲੱਗਦਾ ਤੇ ਬੀਜੀ ਹੋਈ ਫਸਲ ਤਬਾਹ ਹੋ ਜਾਂਦੀ ਹੈ। ਪਰ ਐਕਸ਼ਨ ਕੋਲ ਕੋਈ ਜਵਾਬ ਨਹੀਂ ਸੀ। ਐਕਸ਼ਨ ਸਾਹਿਬ ਕਹਿੰਦੇ ਮੈਨੂੰ ਹੱਸ ਕੇ, ਕਹਿੰਦੇ ਜੇ ਪਹਿਲਾਂ ਤੀਜੀ ਵਾਰੀ ਭਰਿੰਦੀ ਸੀ ਤੇ ਹੁਣ 7ਵੀਂ ਵਾਰੀ ਭਰਿਆ ਜਾਗੇ ਤਾਂ ਕੀ ਫਰਕ ਪੈਂਦਾ। ਉੱਥੋਂ ਫਿਰ ਬਿਲਕੁਲ ਹੀ ਸਾਡਾ ਵਿਸ਼ਵਾਸ ਉਹਨਾਂ ਦੇ ਉੱਡ ਗਿਆ ਵੀ ਇਹ ਸਿਰਫ ਤੇ ਸਿਰਫ ਇਹਨਾਂ ਦੇ ਇੱਕ ਟਾਰਗੇਟ ਟੈਲ ਪੂਰੀ ਕਰਨੀ। ਇਹਨਾਂ ਨੂੰ ਇਹ ਨਹੀਂ ਕਿਸਾਨਾਂ ਦੀ ਫਸਲ ਬਚਾਉਣ ਦਾ ਕੋਈ ਨਹੀਂ। ਜੇ ਫਸਲ ਬਚਾਉਣ ਜਾਂ ਕਿਸਾਨਾਂ ਬਾਰੇ ਸੋਚਦੇ ਹੁੰਦੇ, ਜਿਵੇਂ ਤੁਸੀਂ ਕਿਹਾ ਵੀ ਉਹਨੇ ਕਿਹੜਾ ਪਾਣੀ ਕਰੇ, ਅੱਜ ਸਾਡੇ ਬਾਗ ਜਿਹੜੇ ਸੀਗੇ 15 ਤਰੀਕ ਤੋਂ ਫਰਵਰੀ ਦੀ 15 ਨੂੰ ਫਲ ਆ ਜਾਣਾ ਹੁੰਦਾ, ਮਾਰਚ ਦੀ 15 ਤੱਕ ਉਹਨੂੰ ਜਿੰਨਾ ਫਰੂਟ ਆਉਣਾ ਹੀ ਆ ਜਾਣਾ ਸੀ। ਪਰ ਉਹਨਾਂ ਨੇ ਇਹ ਚੀਜ਼ਾਂ ਨਹੀਂ ਸੋਚੀਆਂ। ਸਾਡਾ ਜਿਹੜਾ ਪਾਣੀ ਸੀ, ਜੇ 10 ਫਰਵਰੀ ਨੂੰ ਆਉਂਦਾ ਤੇ ਮਾਰਚ ਦੇ ਮਹੀਨੇ ਤੱਕ ਆਉਂਦੇ ਸਾਰੇ ਖੇਤ ਭਰੇ ਜਾਣੇ ਸੀ, ਕਲੀਅਰ ਹੋ ਜਾਣੇ। ਹੁਣ 10 ਹੋ ਗਈ ਆਪਣੀ, 10-11 ਅੱਜ ਮਾਰਚ। ਜੇ ਹਾਲੀ ਜਿਨ੍ਹਾਂ ਦੀਆਂ ਵਾਰੀਆਂ ਅੱਜ ਤੋਂ ਸਟਾਰਟ ਹੋਈਆਂ ਉਹਦੇ ਜੇ 10 ਕਿੱਲੇ ਜ਼ਮੀਨ ਹੈ ਤੇ 10 ਕਿੱਲੇ ਵਿੱਚੋਂ 2 ਕਿੱਲੇ ਭਰਿੰਦੀ ਇੱਕ ਵਾਰੀ 'ਚ, ਜਾਂ 2.5 ਕਿੱਲੇ। ਜੇ ਪੁਰਾਣਾ ਟਾਈਮ ਸੀ ਤੇ 3 ਕਿੱਲੇ ਭਰਿੰਦੀ ਸੀ, 3.25 ਕਿੱਲੇ ਭਰਿੰਦੀ ਸੀ, 3 ਵਾਰੀਆਂ 'ਚ ਭਰਿਆ ਜਾਂਦਾ। ਜਿਹੜੀਆਂ ਹੁਣ ਮੋਗੇ ਲਾਏ ਨੇ, ਇਹ 10 ਕਿੱਲੇ ਏਕੜ ਵਾਲੇ ਜ਼ਮੀਨ ਦੇ ਕਿਸਾਨ ਦਾ ਸਿਰਫ ਤੇ ਸਿਰਫ 1 ਕਿੱਲਾ ਭਰੀਚੇਗਾ ਜਾਂ 1.5 ਕਿੱਲਾ ਭਰੀਚੇ ਕਰੇ। ਹੁਣ ਜੇ 1.5 ਕਿੱਲਾ ਭਰੀਚੇਗਾ ਤੇ 10 ਕਿੱਲੇ ਭਰਨ ਵਾਸਤੇ ਕਿੰਨੀਆਂ ਵਾਰੀਆਂ ਚਾਹੀਦੀਆਂ? 8 ਦਿਨ ਬਾਅਦ ਵਾਰੀ ਆਉਂਦੀ ਹੈ, ਤੇ ਉਹਨਾਂ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ, ਕੋਈ ਗੱਲਬਾਤ ਨਹੀਂ। ਉਹ ਬਈ ਐਂ ਤਾਂ ਫਿਰ ਜਿਹੜਾ ਫਰੂਟ ਦਾ ਇਹ ਸਭ ਤੋਂ ਵੱਡਾ ਹੱਬ ਹੈ ਏਰੀਆ, ਹਬੋਰ ਏਰੀਆ, ਤਾਂ ਫਿਰ ਗਾਂ ਨੂੰ ਉਹ ਜਿਹੜਾ ਫਲ ਸਾਰੇ ਦੇਸ਼ ਦੇ ਵਿੱਚ ਜਾਂ ਫਿਰ ਬਾਹਰ ਵੀ ਜਾਂਦਾ, ਤਾਂ ਫਿਰ ਉਹਦੇ 'ਚ ਕਿਤੇ ਨਾ ਕਿਤੇ ਕਮੀ ਆਊਗੀ। ਜਦੋਂ CM ਇੱਥੇ ਆਉਂਦੇ ਆ, ਉਹ ਤਾਂ ਕਹਿੰਦੇ ਮੈਂ ਇੱਥੇ ਇੰਡਸਟਰੀ ਲੈ ਕੇ ਆਊਂਗਾ ਫਰੂਟ ਨੂੰ ਲੈ ਕੇ, ਪਰ ਉਹਨਾਂ ਦੇ ਅਧਿਕਾਰੀ ਪਾਣੀ ਨਹੀਂ ਪੂਰਾ ਕਰ ਰਹੇ। ਕਿਵੇਂ ਵੇਖਦੇ ਹੋ ਸਾਰੇ? CM ਵਾਕਿਆ ਹੀ ਜਿੰਨੀ ਰਾ ਇੱਥੇ ਆਪਣੇ ਹਬੋਰ ਦੀ ਧਰਤੀ 'ਤੇ ਆਏ ਨੇ, ਇੱਥੇ ਉਹ ਪਹਿਲਾਂ ਵੀ ਆਉਂਦੇ ਰਹਿਣਗੇ। ਉਹਨਾਂ ਨੇ ਹਾਲਾਤ ਦੇਖੇ ਹੋਏ ਆ ਸਾਡਾ ਥੱਲੇ ਵਾਲਾ ਪਾਣੀ ਦਾ ਕੀ ਆ। ਇਹ ਸਾਡੀ ਹਬੋਰ ਦੀ ਧਰਤੀ ਨੂੰ ਕੈਲੀਫੋਰਨੀਆ ਕਿਹਾ ਜਾਂਦਾ, ਪੰਜਾਬ ਦੀ ਕੈਲੀਫੋਰਨੀਆ, ਕਿਉਂਕਿ ਬਾਗਾਂ ਦੀ ਧਰਤੀ ਆ।
ਪਿਛਲੇ ਗੇੜੇ ਵੀ ਇਹਨਾਂ ਦੀ ਕਾਂਗਰਸ ਸਰਕਾਰ ਦੇ ਜਦੋਂ ਇਹ ਨਵੀਂ ਸਰਕਾਰ ਆਈ ਸੀ ਹਾਲੀ ਤੇ ਇਹਨਾਂ ਨੂੰ ਹਾਲੀ ਪਤਾ ਨਹੀਂ ਸੀ ਕਾਂਗਰਸ ਸਰਕਾਰ ਗਈ ਸੀ ਤੇ ਇਹਨਾਂ ਨੇ ਪਿੱਛੋਂ ਨਾਰ ਇੱਕ ਬ੍ਰੋਕਨ ਹੋਈ ਸੀ ਨਵੀਂ ਬਣੀ ਉਹਦੇ ਕਰਕੇ ਇਹਨਾਂ ਨੇ ਇਹ ਮਾਰਚ ਦੇ ਮਹੀਨੇ ਵਿੱਚ ਤੇ ਅਗਲੇ ਅਪ੍ਰੈਲ 'ਚ ਸਾਡਾ ਨੁਕਸਾਨ ਕੀਤਾ ਇੱਥੇ ਫਰੂਟ ਸਾਰਾ ਗਿਰ ਗਿਆ ਸੀ। ਐਕਤੀ ਇਦਾਂ ਦੇ ਹਾਲਾਤ ਪੈਦਾ ਜਿਹੜਾ ਪਿਛਲਾ ਫਰੂਟ ਸੀਗਾ ਜਿੱਥੇ 200 ਕੁਆਂਟਲ ਕਿੱਲੇ ਦਾ ਫਲ ਆਉਂਦਾ ਸੀ ਤੇ ਲੋਕਾਂ ਦਾ ਕਿਸੇ ਦਾ 20 ਕੁਆਂਟਲ ਕਿਸੇ ਦਾ 15 ਕੁਆਂਟਲ ਸਾਲ ਦੀ ਫਸਲ ਆ ਤੇ 20 ਸਾਲਾਂ ਬਾਅਦ ਬੂਟਾ 10 ਸਾਲ ਬਾਅਦ ਬੂਟਾ ਤਿਆਰ ਹੁੰਦਾ 40 ਸਾਲ ਦਾ ਬੂਟੇ ਦੀ ਮਿਆਦ ਆ। ਹੁਣ ਇਹਨਾਂ ਦੀਆਂ ਨਾਕਾਮੀਆਂ ਕਰਕੇ ਅੱਜ ਦੀ ਜਿਹੜੀ ਹਾਲਾਤ ਇਹਨਾਂ ਤਿਆਰ ਕੀਤੇ ਆ ਇਸ ਸਾਲ ਵੀ ਸਾਡਾ ਜਿਹੜਾ ਇਹਨਾਂ ਦੇ ਕਾਰਨ ਕਰਕੇ 10,000 ਹੈਕਟਰ 10 ਕਿੱਲਿਆਂ ਦੇ 10 ਪਿੰਡਾਂ ਦਾ ਬਾਗ ਹੈ। ਜੇ ਇੱਕ ਪਿੰਡ ਦਾ ਅਸੀਂ 1000 ਕਿੱਲਾ ਵੀ ਬਾਗ ਲਾਣੇ ਆ ਤੇ 1000 ਕਿੱਲੇ ਦੇ 10,000 ਹੋ ਗਿਆ 10,000 ਕਿੱਲੇ ਬਾਗ ਦਾ ਇਹਨਾਂ ਦੇ ਗਲਤੀ ਕਾਰਨ ਨੁਕਸਾਨ ਹੋਇਆ। ਇਹ ਫਿਰ ਇਹਨਾਂ ਦੇ ਖਨਾਜੇ ਸਰਕਾਰ ਨੂੰ ਭੁਗਤਣੇ ਪੈਂਦੇ ਆ ਕਿਉਂਕਿ ਅਸੀਂ ਉਹਨਾਂ ਤੋਂ ਮੁਆਵਜ਼ਾ ਮੰਗਣੇ ਪਿਛਲਾ ਤਾਂ ਆਇਆ ਨਹੀਂ ਐਕਟੀ ਵੀ ਮੰਗਾਂਗੇ ਪਰ ਮੈਂ ਚਾਹਣਾ ਵੀ ਜਿਹੜਾ ਅਫਸਰ ਗਲਤੀ ਕਰਦਾ ਵੀ ਸਰਕਾਰ ਨੂੰ ਸਕੰਜਾ ਉਹਦੇ ਤੇ ਕੱਸਣਾ ਚਾਹੀਦਾ। ਤੇਰੀ ਗਲਤੀ ਨਾਲ ਇੱਕ ਆਪਣਾ ਫੀਲਡ ਅਫਸਰ ਸੀਗਾ ਆਪਣਾ ਖੇਤੀਬਾੜੀ ਉਹਨੇ ਲਿਖ ਕੇ ਆਪਣਾ ਨਿਰਮਲ ਸਿੰਘ ਨਾਲ ਸੀ ਉਹਨੇ ਬੜੀ ਰਾ ਕਿਹਾ ਵੀ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਆ। ਇਸ ਟਾਈਮ ਗਰਮੀ ਵੱਧ ਗਈ ਆ ਜੇ ਬਾਗਾਂ ਨੂੰ ਥੱਲੇ ਨਮੀ ਨਹੀਂ ਹੁੰਦੀ ਉੱਤੇ ਕਿਉਂਕਿ ਸਪਰੇਅ ਕਰਨ ਦਾ ਟਾਈਮ ਉੱਤੇ ਤੇਲਾ ਪੈਂਦਾ ਜਦੋਂ ਸਪਰੇਅ ਕਰਨੇ ਸਪਰੇਆਂ ਹੌਟ ਹੁੰਦੀਆਂ ਗਰਮ ਹੋਣ ਕਰਕੇ ਇੱਕ ਥੱਲਿਓਂ ਗਰਮੀ ਇੱਕ ਉੱਤੋਂ ਮੌਸਮ ਦੀ ਗਰਮੀ ਇੱਕ ਥੱਲੇ ਪਾਣੀ ਨਹੀਂ ਲੱਗਾ ਤੇ ਉਹ ਜਿੰਨਾ ਵੀ ਫਲਾਵਰ ਆਇਆ ਥੱਲੇ ਡਿੱਗੇਗਾ। ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿੱਥੇ ਉਹ ਪਾਣੀ ਦੇਣਾ ਸੀ ਉਹਨੂੰ ਇਹ ਚੀਜ਼ ਦੀ ਜ਼ਰੂਰਤ ਨਹੀਂ ਸੀ ਉਹਨੂੰ ਈਗੋ ਭਜਾਉਣ ਦੀ ਜ਼ਰੂਰਤ ਲੱਗੀ ਖੜੀ ਸੀ। ਜਗਜੀਤ ਬਾਈ ਜੀ ਜਦੋਂ ਕੱਲ ਪੁਲਿਸ ਦੇ ਨਾਲ ਤਲਖੀ ਹੋਈ ਪੁਲਿਸ ਨੇ ਅਰੈਸਟ ਕੀਤਾ ਉਸ ਤੋਂ ਬਾਅਦ ਵੀ ਕਿਸੇ ਅਧਿਕਾਰੀ ਨਾਲ ਮੀਟਿੰਗ ਹੋਈ ਜਾਂ ਫਿਰ ਗਾਂ ਨੂੰ ਹੁਣ ਧਰਨੇ ਦੀ ਰੂਪਰੇਖਾ ਕੀ ਹੋਊਗੀ? ਨਹੀਂ ਕਨਾਲ ਦੇ ਵਿੱਚ ਸਾਡੀ ਮੈਮ ਡੀਸੀ ਮੈਮ ਤੇ ਐਸਐਸਪੀ ਮੈਮ ਨੇ ਇਹ ਐਸਸੀ ਸਾਹਿਬ ਨਾਲ ਮੀਟਿੰਗ ਕਰਵਾਈ। ਉਹਦੇ ਵਿੱਚ 3 ਮੈਂਬਰ ਸਾਡੇ ਜਿਹੜੇ ਮੋਘਿਆਂ ਤੋਂ ਪੀੜਤ ਲੋਕ ਸੀ ਉਹ ਲੈ 3 ਮੈਂਬਰ ਉਹ ਸੀ ਜਿਹੜੇ ਥੱਲੇ ਟਾਈਲਾਂ ਦੇ ਕਿਉਂਕਿ ਟਾਈਲਾਂ ਦਾ ਵੀ ਨੁਕਸਾਨ ਨਹੀਂ ਕਰਨਾ ਅਸੀਂ ਵੀ ਚਾਹੁੰਦੇ ਹਾਂ ਵੀ ਟਾਈਲਾਂ ਨੂੰ ਪਾਣੀ ਪੂਰਾ ਦਿੱਤਾ ਜਾਵੇ। ਅਸੀਂ ਕਿਸੇ ਦਾ ਨਾ ਹੱਕ ਉਹਨਾਂ ਨੂੰ ਆਣੇ ਵੀ ਸਾਡਾ ਲੈ ਜਾਓ ਨਾ ਅਸੀਂ ਉਹਨਾਂ ਦਾ ਹੱਕ ਮਾਰਨਾ ਚਾਹੁੰਦੇ। ਉਹ ਸ਼ੰਕਾ ਇਹਨੇ ਹਾਲੀ ਸ਼ੰਕਾ ਜਦੋਂ ਇੱਕ ਤਾਂ ਸਮਾਂ ਟੱਪ ਗਿਆ ਜੇ ਤਾਂ ਇਹੀ ਹਾਲੀ 2 ਮਹੀਨੇ 1.5 ਮਹੀਨਾ ਪਹਿਲਾਂ ਪਾਣੀ ਆਇਆ ਹੁੰਦਾ ਤੇ ਐਡਾ ਕਲੇਸ਼ ਨਹੀਂ ਸੀ ਹੋਣਾ। ਹੁਣ ਬਾਗਾਂ ਨੂੰ ਪਾਣੀ ਦੀ ਜ਼ਰੂਰਤ ਤੇ ਹਰੇਕ ਕਿਸਾਨ ਚਾਹੁੰਦਾ ਵੀ ਯਕਦਮ ਬਾਗ ਭਰੇ ਜਾਣ ਤੇ ਸਾਡਾ ਬਣਦਾ ਹੱਕ ਨਾਲ ਦੀ ਨਾਲ ਪਾਣੀ ਦਾ ਮਿਲੇ ਤੇ ਜੋ ਵੀ ਸਾਡਾ ਬਣਦਾ ਜਿੰਨਾ ਵੀ ਚਲੋ 3-4 ਕਿੱਲੇ ਜਿਹੜਾ ਭਰਿਆ ਜੇ ਉਹ ਤਾਂ ਬਚੇ ਜੇ ਸਾਰਾ ਨਹੀਂ ਬਚ ਸਕਦਾ। ਇਸ ਕਰਕੇ ਉਹ ਕੱਲ ਜਿਹੜੀ ਸਾਡੀ ਮੀਟਿੰਗ ਸੀ ਉਹ ਸਾਰਥਿਕ ਰਹੀ। ਉਹਦੇ ਇਹੀ ਮੀਟਿੰਗ ਅਸੀਂ ਪਹਿਲਾਂ ਚਾਹੁੰਦੇ ਸੀ ਜੇ ਇਹੀ ਮੀਟਿੰਗ ਐਡਾ ਵੱਡਾ ਕਲੇਸ਼ ਕਰਨ ਤੋਂ ਪਹਿਲਾਂ ਸਾਡੀ ਕਰਕੇ ਸਾਨੂੰ ਵਿਸ਼ਵਾਸ 'ਚ ਲਿਆ ਜਾਂਦਾ ਵੀ 2 ਦਿਨ ਨਾਰ ਚਲਾ ਕੇ ਇੱਕ ਆਪਾਂ ਟੀਮ ਬਣਾ ਦਿੰਦੇ ਹਾਂ 6-8 ਮੈਂਬਰੀ ਜਿੰਦੇ ਵਿੱਚ ਡੀਸੀ ਐਸਡੀਐਮ ਸਾਹਿਬ ਸਾਡਾ ਚੇਅਰਮੈਨ ਲਾਤਾ ਉਹਨਾਂ ਮੌਕੇ ਦੀ ਨਿਗਰਾਨੀ ਵਾਸਤੇ ਉਹਨਾਂ ਦੀ ਦੇਖ ਰੇਖ ਵਿੱਚ ਪਹਿਲਾਂ ਹੀ ਟੀਮ ਬਣਾ ਦਿੰਦੇ ਵੀ ਰੇਕ ਮੋਗਾ ਚੈੱਕ ਕਰਵਾ ਦਿਆਂਗੇ ਤੁਹਾਡੇ ਏਰੀਏ ਦੇ ਹਿਸਾਬ ਨਾਲ ਤੁਹਾਡਾ ਜਿੰਨਾ ਕਿਊਸਕ ਉਸ ਮੋਗੇ ਦਾ ਪਾਣੀ ਬਣਦਾ ਉਹਨੂੰ ਬਾਹਰਲੇ ਪਾਸੇ ਵੀ ਚੈੱਕ ਕਰਵਾ ਦਿਆਂਗੇ। ਨਾਰ ਦੀ ਜਿਹੜੀ ਢਾਲ ਦੀ ਸਾਡੇ ਬਹੁਤੀ ਜ਼ਿਆਦਾ ਪ੍ਰੋਬਲਮ ਸਾਰੇ ਕਿਸਾਨਾਂ ਨੂੰ ਜਿੱਥੇ ਇਹਨਾਂ ਨੇ ਇੱਕ ਤਾਂ ਸਾਡੇ ਐਂਡ ਤੇ ਝਾਲ ਬਣਾਈ ਉੱਥੇ ਕੋਈ ਮੋਗੇ ਦੇ ਕੋਲੋਂ ਜ਼ਿਆਦੀਆਂ ਢਲਾ ਦੇ ਛੱਡਿਆ ਉਹਨਾਂ ਚੀਜ਼ਾਂ ਦਾ ਜਿੱਥੇ ਵੀ ਸ਼ੰਕੇ ਸੀ ਉਹ ਜੇ ਪ੍ਰੋਪਰ ਹੈਂਡਲ ਉਦੋਂ ਨਹੀਂ ਕਰ ਦਿੰਦੇ ਤੇ ਨਿਬੜ ਜਾਣ। ਕੱਲ ਹੋਣਾ ਨਹੀਂ ਸੀਗਾ ਇਹ ਹੁਣ ਕੱਲ ਹੋਇਆ। ਕੱਲ ਐਸੀ ਸਾਹਿਬ ਵਿੱਚ ਬੈਠੇ ਸੀ ਉਹਨਾਂ ਮੰਨਿਆ ਵੀ ਸ਼ਨੀਵਾਰ ਨੂੰ ਅਫਸਰ 2 ਨਾਲ ਲੈ ਕੇ 6 ਮੈਂਬਰੀ ਕਿਸਾਨਾਂ ਦੀ ਕਮੇਟੀ ਲੈ ਕੇ ਆਪਾਂ ਸਾਰਾ ਹੀ ਦੁਬਾਰਾ ਚੈਕਿੰਗ ਕਰਾਂਗੇ ਤੇ ਸੋਮਵਾਰ ਨੂੰ ਜਿੱਥੇ ਜਿੱਥੇ ਨੁਕਸ ਪਾਇਆ ਜਾਏਗਾ ਜਿਹੜੇ ਕਿਸਾਨ ਕੋਲ ਪਾਣੀ ਨਾ ਹੋਵੇਗਾ ਪੂਰਾ ਕੀਤਾ ਜਾਵੇਗਾ। ਇਹ ਜਿਹੜਾ ਆਪਣਾ ਹੈੱਡ ਆ ਉੱਥੇ ਸਾਡਾ 114 ਕਿਊਸਕ ਪਾਣੀ ਆ ਉਹਨਾਂ ਨੇ ਕਿਹਾ ਵੀ 114 ਕਿਊਸਕ ਪਾਣੀ ਉੱਥੋਂ ਪ੍ਰੋਪਰ ਸ਼ਨੀਵਾਰ ਨੂੰ ਛੱਡਿਆ ਹੋਵੇਗਾ ਤੇ ਟੈਲ ਤੇ ਜਿਹੜਾ ਪਾਣੀ ਆ 10 ਹਿੱਸੇ ਉਹਨਾਂ ਦਾ ਜੇ ਤਾਂ ਟੈਲ ਤੇ 10 ਹਿੱਸਿਆਂ ਤੋਂ ਵੱਧ ਪਾਣੀ ਜਾਂਦਾ ਹੋਇਆ ਉਹ ਕੱਟ ਕੀਤਾ ਜਾਵੇਗਾ ਪਿੱਛੇ ਮੋਘਿਆਂ 'ਚ ਵੰਡਿਆ ਜਾਵੇਗਾ ਤੇ ਉਹ ਸਾਰਾ ਚੈੱਕ ਕਰਵਾ ਕੇ ਮੋਘੇ ਚੈੱਕ ਕਰਵਾਏ। ਇਹੀ ਚੀਜ਼ ਸਾਨੂੰ ਜੇ ਪਹਿਲਾਂ ਉਹਨਾਂ ਨੇ ਕਮੇਟੀ ਬਣਾ ਕੇ ਵਿਸ਼ਵਾਸ 'ਚ ਲਿਆ ਹੁੰਦਾ ਤੇ ਜਿਹੜਾ ਅੱਜ 8 ਦਿਨ ਤੋਂ ਸਾਡੇ ਕਿਸਾਨ ਰਾਤ ਦਿਨ ਇੱਥੇ ਧਰਨੇ ਤੇ ਰੁਲਦੇ ਰਹੇ ਫਿਰ ਸਾਡੀ ਵੇਖ ਕਿੱਡੀ ਅਸੀਂ ਸ਼ਾਂਤਮਈ ਧਰਨਾ ਚਲਾ ਰਹੇ ਸੀ। 8 ਦਿਨਾਂ ਤੋਂ ਅਸੀਂ ਬੈਠੇ ਦਾਣਾ ਮੰਡੀ 'ਚ ਅਸੀਂ ਰਸਤਾ ਨਹੀਂ ਰੋਕਿਆ ਅਸੀਂ ਕਿਸੇ ਦਾ ਘਰੋ ਨਹੀਂ ਕੀਤਾ ਅਸੀਂ ਸਿਰਫ ਆਵਾਜ਼ ਇੱਕ ਹੀ ਬਚਾ ਰਹੇ ਸੀ ਵੀ ਸਾਡੇ ਨਾਲ ਮੀਟਿੰਗ ਦਾ ਕੋਈ ਚੰਗਾ ਵਧੀਆ ਪਲੇਟਫਾਰਮ ਸਿਰਜਿਆ ਜਾਵੇ ਨਾ ਇਹਦਾ ਇਸ਼ੂ ਨਾ ਕ੍ਰੀਏਟ ਹੋਵੇ। ਪਰ ਫਿਰ ਵੀ ਉਹਨਾਂ ਨੇ ਜਦੋਂ ਆਉਂਦੇ ਨੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ ਨੇ ਫਿਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਕੁਛ ਨਾ ਕੁਛ ਕਰਨਾ ਪੈਂਦਾ। ਉਹਦੇ ਕੁਛ ਨਾ ਕੁਛ ਵਿੱਚੋਂ ਫਿਰ ਕੱਲ ਜਿਹੜਾ ਸਾਡੇ ਜਥੇਬੰਦੀ ਦੇ ਆਗੂ ਨੇ ਜਾ ਕੇ ਕਿਸਾਨਾਂ ਨੂੰ ਉੱਥੇ ਵੀ ਸਰਕਾਰ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਨੁਕਸਾਨ ਨੂੰ ਬਚਾਉਂਦੇ ਹੋਏ ਉਹਨੇ ਉਹਨਾਂ ਦੇ ਅੱਗੇ ਲੱਗ ਕੇ ਜਾ ਕੇ ਕਿਸਾਨਾਂ ਨੂੰ ਕਵਰ ਕਰਕੇ
ਤੇ ਉਹ ਫੱਟੇ ਛੱਡੇ ਸੀ। ਜਿੰਨਾ ਚਿਰ ਮੋਗਿਆਂ ਦੀ ਤੁਹਾਡੀ ਹੈਗੀ ਹੈ ਉਹ ਜਾਂਚ ਪੂਰੀ ਨਹੀਂ ਹੁੰਦੀ, ਧਰਨਾ ਜਾਰੀ ਰਹੂਗਾ। ਹਾਂ, ਜਿੰਨਾ ਚਿਰ ਸੋਮਵਾਰ ਤੱਕ ਸਾਡੇ ਨਾਲ ਉਹਨਾਂ ਨੇ ਕਮੈਂਟਮੈਂਟ ਕੀਤੀ ਆ ਵੀ ਜਿਹੜੇ ਮੋਗਿਆਂ 'ਚ ਨੁਕਸ ਹੋਇਆ, ਜਿੰਨਾ ਉਹਨਾਂ ਦਾ ਬਣਦਾ ਹੱਕ ਪੱਟ ਕੇ ਨੀਵੇਂ ਕਰਨੇ ਪਏ ਜਾਂ ਉਹਨਾਂ ਦਾ ਸਾਈਜ਼ ਵੱਡਾ ਕਰਨਾ ਪਿਆ ਕਰਕੇ ਦੇਵਾਂਗੇ, ਉਹਨਾਂ ਚਿਰ ਇਹ ਮੋਗਾ ਧਰਨਾ ਚਾਲੂ ਰਹੇਗਾ। ਜੇ ਨਾ ਸਾਡੀ ਸੁਣਵਾਈ ਕੀਤੀ, ਕਿਉਂਕਿ ਸਾਨੂੰ ਜਿਹੜਾ ਨਹਿਰੀ ਵਿਭਾਗ ਉਹਦੇ 'ਤੇ ਕੋਈ ਵਿਸ਼ਵਾਸ ਨਹੀਂ ਹੈਗਾ, ਬਿਲਕੁਲ ਹੀ ਨਹੀਂ ਹੈਗਾ। ਪਰ ਇਹਦੇ 'ਤੇ ਸਾਡੇ SDM ਸਾਹਿਬ ਨੇ, ਮੈਡਮ SSP ਸਾਹਿਬ ਨੇ, ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ DC ਸਾਹਿਬ ਨੇ ਚੱਕੀ ਆ। ਉਹਨਾਂ ਨੇ ਕਿਹਾ ਵੀ ਜਿੱਥੇ ਵੀ ਕੋਈ ਗਲਤੀ ਲੱਗੀ, ਜੇ ਅਫਸਰਾਂ ਨੇ ਕੁਤਾਹੀ ਕੀਤੀ, ਅਸੀਂ ਪਰਚੇ ਦਰਜ ਕਰਾਂਗੇ। ਉਹ ਉਹਨਾਂ ਨੇ ਕਲੀਅਰ ਕੱਟ SC ਸਾਹਿਬ ਨੂੰ ਕਹਿ ਦਿੱਤਾ ਵੀ ਤੁਹਾਡੇ ਉੱਤੋਂ ਕਿਸਾਨਾਂ ਦਾ ਵਿਸ਼ਵਾਸ ਉੱਠ ਗਿਆ। ਤੁਸੀਂ ਪਹਿਲਾਂ ਤਾਂ ਟੈਂਡਰਾਂ 'ਚ ਬਹੁਤ ਲੇਟ ਕੀਤਾ ਲੋਕਾਂ ਦੇ, ਕਿਉਂਕਿ ਨਹਿਰ ਆਪ ਤੋੜ ਕੇ ਪਿੱਛੇ ਜੇ ਦੇਖਿਆ ਹੋਣਾ ਤੁਸੀਂ, ਆਪਣੀ ਮਲੂਕਪੁਰ ਨਹਿਰ ਟੁੱਟੀ ਸੀ, ਉੱਥੇ ਐਕਸ਼ਨ ਦੀ ਤੇ ਆਪਣੇ SDO ਦੀ ਗਲਤੀ ਕਰਕੇ ਟੁੱਟੀ ਸੀ। ਇਹਨਾਂ ਨੇ ਜ਼ਿਆਦਾ ਪਾਣੀ ਇਹਨਾਂ ਲੈ ਲਿਆ, ਰਾਮਸਰੇ ਦੀ ਨਾਰ ਪਾਣੀ ਛੱਡ ਸਕਦੇ ਸੀ, ਕਿਉਂਕਿ ਸਾਰੀ ਨਾਰ ਬਣ ਗਈ, ਥੋੜੀ ਜਿਹੀ ਝਾਲ ਤੋਂ ਪਿੱਛੇ ਤੱਕ ਬੰਨਾ ਨਹੀਂ ਰਹਿ ਗਈ ਸੀ, ਉੱਥੇ ਬੰਨਾ ਪਾ ਕੇ ਪਾਣੀ ਲੈ ਸਕਦੇ। ਇਹਨਾਂ ਨੇ ਪਾਣੀ ਨਹੀਂ ਲਿਆ ਤੇ ਉਹ ਨਾਰ ਓਵਰਫਲੋ ਹੋ ਕੇ ਟੁੱਟ ਗਈ। ਓਵਰਫਲੋ ਹੋ ਕੇ ਟੁੱਟਣ ਦਾ ਸਰਕਾਰ ਦਾ ਕਿੱਡਾ ਨੁਕਸਾਨ ਹੋਇਆ, ਕੋਈ 10 ਲੱਖ ਰੁਪਈਆ ਜਾਂ 8 ਲੱਖ ਬੰਨਣ ਤੇ ਲੱਗਾ, ਗੱਟਿਆਂ ਤੇ ਲੱਗਾ। ਫਿਰ ਉੱਥੇ 300 ਏਕੜ ਜਿਹੜਾ ਹੈਗਾ ਸੀ, ਉਹਨਾਂ ਕਿਸਾਨਾਂ ਦੀ ਕਣਕ ਦਾ ਨੁਕਸਾਨ ਕੀਤਾ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਲਗਾਤਾਰ ਸੇਮ ਸੀਗੀ। ਤੇ ਉਹਨਾਂ ਨੇ 2020 ਤੋਂ ਲੈ ਕੇ ਜਿਹੜਾ ਹੁਣ ਮੁਆਵਜ਼ਾ ਮਾਨ ਸਾਹਿਬ ਨੇ 32 ਕਰੋੜ ਪੇ ਕੀਤਾ, ਜਿਨ੍ਹਾਂ ਦਾ ਤੁਹਾਨੂੰ ਵੀ ਪਤਾ, ਲਗਾਤਾਰ ਬੜੇ ਧਰਨੇ ਤੇ ਯੁੱਧਾਂ ਨਾਲ ਉਹ ਮੁਆਵਜ਼ਾ ਆਇਆ ਕਾਂਗਰਸ ਸਰਕਾਰ ਤੋਂ ਲੈ ਕੇ, ਉਹ ਵਿਚਾਰਿਆਂ ਨੂੰ ਮਿਲਿਆ। ਉੱਤੋਂ ਇਹਨਾਂ ਨੇ ਕਣਕ ਦੀ ਆਸ ਸੀ, ਕਣਕ ਖਰਾਬ ਕਰਤੀ। ਹੁਣ ਵੀ ਉਹਨਾਂ ਦੀ ਜਿਹੜੀ ਕਣਕ ਹੈਗੀ 10-20 ਮਣ ਤੋਂ ਵੱਧ ਨਹੀਂ ਨਿਕਲਣੀ, ਨਹੀਂ ਤਾਂ ਉਹਨਾਂ ਦੀ 50 ਮਣ ਕਣਕ ਦਾ, ਜਾਨੀ ਕਿ 50,000 ਦੀ ਕਿੱਲੇ ਦੀ ਕਣਕ ਦਾ ਐਸਟੀਮੇਟ ਹੁੰਦਾ ਕਿਸਾਨ ਦਾ, ਉਹਨਾਂ ਦਾ ਵੀ ਅੱਜ 5-7 ਹਜ਼ਾਰ ਤੇ ਰਹਿ ਗਿਆ। ਜਗਜੀਤ ਭਾਈ, ਜੇ ਨਹੀਂ ਸਾਰਾ ਕੁਝ ਹੁੰਦਾ ਤਾਂ ਫਿਰ ਅਗਲੀ ਕਾਰਵਾਈ ਤੁਹਾਡੀ ਜਥੇਬੰਦੀ ਦੀ ਕੀ ਹੋਊਗੀ? ਇਹ ਸਾਡੀ ਹੁਣ ਪੰਜਾਬ ਲੈਵਲ ਦੀ ਆ। ਹੁਣ ਸਾਡੇ ਮਾਨਯੋਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ, ਜੋ ਸਾਡੀ ਜਥੇਬੰਦੀ BKU ਸਿੱਧੂਪੁਰ ਦੇ ਪ੍ਰਧਾਨ ਆ, ਉਹਨਾਂ ਨਾਲ ਨਿਰਮਲ ਦੀ ਵਿਸਤਾਰ ਨਾਲ ਇਸ ਮੁੱਦੇ ਤੇ ਗੱਲਬਾਤ ਹੋਈ ਆ। ਇਹ ਲੜਾਈ ਇੱਕ ਮੋਗੇ ਦੀ ਨਹੀਂ, ਇਹ ਲੜਾਈ ਕਿਸੇ ਛੋਟੇ ਟੁਕੜੇ ਦੀ ਨਹੀਂ, ਇਹ ਲੜਾਈ ਕਿਸਾਨਾਂ ਦੇ ਹੱਕਾਂ ਦੀ ਆ। ਅਸੀਂ ਕਿਸੇ ਦਾ ਹੱਕ ਮਾਰਨਾ ਨਹੀਂ, ਤੇ ਜਿਹੜੇ 10 ਪਿੰਡਾਂ ਦਾ ਹੱਕ ਮਾਰਿਆ ਜਾ ਰਿਹਾ ਕਿਸੇ ਵੀ ਅਫਸਰ ਦੀ ਗਲਤੀ ਕਰਕੇ, ਉਹ ਮਰਨ ਨਹੀਂ ਦੇਣਾ। ਜੇ ਤਾਂ ਇਮਾਨਦਾਰੀ ਨਾਲ, ਸਾਨੂੰ DC ਮੈਡਮ ਤੇ ਵਿਸ਼ਵਾਸ ਆ, ਬਹੁਤ ਵਧੀਆ ਅਫਸਰ ਨੇ ਦੋਨੋਂ ਹੀ, ਇਮਾਨਦਾਰ ਨੇ ਬਹੁਤ ਜ਼ਿਆਦਾ, ਤੇ ਉਮੀਦ ਹੈ ਵੀ ਸਾਨੂੰ ਉਹਨਾਂ ਤੇ, ਜੇ ਸਾਡੀ ਕਿਤੇ ਉਮੀਦ ਨੂੰ ਠੋਕ ਕਰਵਾਈਦੀ ਆ ਜਾਂ ਠੇਸ ਪਹੁੰਚਦੀ ਆ, ਇਸ ਪਿੰਡਾਂ ਤੋਂ, ਜਿਵੇਂ ਮਾਨ ਸਾਹਿਬ ਕਹਿੰਦੇ ਨਾ, ਮੈਂ ਰਾਜਸਥਾਨ ਦੇ ਬਾਰਡਰ ਤੋਂ ਕੰਮ ਸਟਾਰਟ ਕਰਨਾ, ਇਹ ਪਾਣੀ ਦੀ ਵੰਡ ਦੀ ਲੜਾਈ ਫਿਰ ਇਸ ਬਾਰਡਰ ਤੋਂ ਇੱਥੋਂ ਸਟਾਰਟ ਹੋਊਗੀ। ਸੰਘਰਸ਼ ਦਾ ਰੂਪ ਕੁਝ ਹੋਰ ਹੋਊਗਾ, ਬੜਾ ਕੁਝ ਹੋਊਗਾ, ਪੰਜਾਬ 'ਚ ਵੀ ਜਾਊਗਾ, ਚੰਡੀਗੜ੍ਹ ਦੀਆਂ ਬਰੂਹਾਂ ਤੱਕ ਵੀ ਜਾਏਗਾ। ਤਾਂ ਤੁਸੀਂ ਸਾਰਿਆਂ ਨੇ ਵੇਖਿਆ ਕਿ ਜੇ ਮੋਗਿਆਂ ਦਾ ਜਿਹੜੀ ਲੜਾਈ ਹੈ ਨਹੀਂ ਸੁਚਾਰੂ ਢੰਗ ਨਾਲ ਅਫਸਰਸ਼ਾਹੀ ਕਰਦੀ, ਤਾਂ ਫਿਰ ਸੰਘਰਸ਼ ਵੱਡੇ ਤੌਰ ਤੇ ਵਿੱਢਿਆ ਜਾਏਗਾ, ਤੇ ਨਾਲ ਦੀ ਨਾਲ ਉਸ ਨੂੰ ਚੰਡੀਗੜ੍ਹ ਦੀ ਬਰੂਹਾਂ ਤੱਕ ਲੈ ਕੇ ਜਾਣ ਦੀ ਜਿਹੜੀ ਗੱਲ ਹੈ ਉਹ ਬਾਈ ਜਗਜੀਤ ਸਿੰਘ ਵੱਲੋਂ ਕਹੀ ਗਈ ਹੈ। ਤਾਂ ਦੇਖਣਾ ਇਹ ਬਣਦਾ ਹੈ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਅਫਸਰਸ਼ਾਹੀ ਕਰਦੀ ਹੈ, ਕੀ ਪੰਜਾਬ ਦੀ ਸਰਕਾਰ ਇਸ 'ਤੇ ਐਕਸ਼ਨ ਲੈਂਦੀ ਹੈ, ਜਾਂ ਫਿਰ ਜਿਹੜੇ ਅਫਸਰਾਂ ਦੀ ਨਲਾਇਕੀ ਇੱਥੇ ਵਰਤੀ ਗਈ ਹੈ ਉਸ ਦੇ ਖਿਲਾਫ ਕੀ ਐਕਸ਼ਨ ਲਿਆ ਜਾਂਦਾ ਹੈ। ਕੈਮਰਾ ਪਰਸਨ ਭੁਪਿੰਦਰ ਸ਼ਰਮਾ ਦੇ ਨਾਲ ਬਲਕਰਨ ਸਿੰਘ, ਸਾਡਾ TV USA, ਖੂਹੀ ਖੇੜਾ।